ਜਿੱਥੋਂ ਤੱਕ ਬੀਬੀ ਜਗੀਰ ਕੌਰ ਜੀ ਦਾ ਮਸਲਾ, ਉਹ ਅਕਾਲੀ ਦਲ ਦੀ ਇੱਕ ਆਪਣੀ ਜਿਹੜੀ ਅੰਦਰਲੀ ਸਥਿਤੀ ਆ। ਬਗਾਵਤ ਕੀਤੀ ਉਸ ਦਾ ਇਹ ਭਾਂਬੜ ਹੈ ਜਾਂ ਫਿਰ ਹੱਲੇ ਇਸ ਦਾ ਸੇਕ ਦੁਬਾਰਾ ਆਉਣਾ ਹੈ? ਕੌਮ ਚਾਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਕਰਦਾਰਾਂ ਵਾਲੇ ਹੋਣ। ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਅਕਾਲੀ ਦਲ ਹੈਗਾ ਉਸ ਨੂੰ ਸੰਨ ਲੱਗੀ ਹੈ। ਸੁਭਾਵਿਕ ਹੈ ਜੀ, ਸੰਨ ਕੀ ਪਾੜ ਲੱਗਿਆ। ਜਿਨ੍ਹਾਂ ਤੇ ਮੈਨੂੰ ਫੋਨ ਆਇਆ ਸੀ, ਮੈਂ ਰਿਕਾਰਡਿੰਗ ਕਰਕੇ ਉਹ ਮੀਡੀਆ ਤੇ ਸੁਣਾਵਾਂ, ਤਾਂ ਮੈਨੂੰ ਲੱਗਦਾ ਕਿ ਬੰਦੇ ਦੇ ਕਰੈਕਟਰ ਦਾ ਇੱਕ ਨੀਚਪਣਾ। ਤੇ ਦੂਸਰੇ ਪਾਸੇ ਜਿਹੜੇ ਇਲਜ਼ਾਮ ਵੀ ਲੱਗੇ ਸੀ ਬੀਬੀ ਜਗੀਰ ਕੌਰ ਦੇ ਉੱਪਰ ਕਿ ਬੀਜੇਪੀ ਦੀ ਸ਼ਾਹ ਹੈ ਉਹਨਾਂ ਨੂੰ, ਇਹਦਾ ਕੋਈ ਪ੍ਰੂਫ ਕੀ ਹੈ ਤੁਹਾਡੇ ਕੋਲ? ਪ੍ਰੂਫ ਰੱਖੋ। ਜੇ ਤੁਸੀਂ ਇੰਨੀ ਪਾਵਰ ਉਹਨੂੰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਤੀ ਹੋਈ ਸੀ, ਤੁਹਾਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਉਹ ਸਾਡੇ ਨਾਲ ਆਹ ਕੁਛ ਕਰ ਗਿਆ, ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੀ ਨਲਾਇਕੀ ਹੈ। ਤੇ ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਅਕਾਲੀ ਦਲ ਦੀ ਆਪਣਾ ਜਿਹੜੀ ਬਾਗਡੋਰ ਛੱਡ ਕੇ ਪਰੇ ਹੋ ਜਾਓ। ਤੁਸੀਂ ਇਹੋ ਜਿਹਾ ਬੰਦਾ ਕਿਉਂ ਪਾਲਿਆ? ਐਡੀ ਪਾਵਰ ਉਹਨੂੰ ਦਿੱਤੀ ਹੋਈ, ਸਾਰਾ ਕੁਝ ਦਿੱਤਾ ਹੋਇਆ, ਤੁਸੀਂ ਉਹਨੂੰ ਸਮਝ ਨਹੀਂ ਸਕੇ। ਇਹ ਸੰਕੇਤ ਹੈ ਕਿ ਫਿਰ ਇਹਦਾ ਮਤਲਬ ਤੁਸੀਂ ਅਕਾਲੀ ਦਲ ਦੀ ਪ੍ਰਧਾਨਗੀ ਕਰਨ ਦੇ ਕਾਬਿਲ ਨਹੀਂ ਰਹੇ। ਮੈਂ ਤੁਹਾਨੂੰ ਔਨ ਕੈਮਰਾ ਇਹ ਗੱਲ ਕਹਿਣਾ ਕਿ ਅਕਾਲੀ ਦਲ ਜਿਹੜੀ ਬੀਜੇਪੀ ਦੀ ਦਖਲਅੰਦਾਜ਼ੀ ਹੈ ਉਹਨੂੰ ਡਿਕਲੇਅਰ ਕਰੇ। ਮੈਂ ਉਸ ਪ੍ਰੈਸ ਕਾਨਫਰੰਸ 'ਚ ਇਹਨਾਂ ਦੇ ਨਾਲ ਬੈਠੂੰਗਾ। ਅਕਾਲੀ ਦਲ ਕਦੇ ਨਹੀਂ ਮੰਗ ਕਰਦਾ। ਕਦੇ ਤੁਸੀਂ ਦੱਸ ਦਿਓ, ਤੁਸੀਂ ਮੀਡੀਆ ਚੱਲੋ, ਕਦੇ ਅਕਾਲੀ ਦਲ ਦਾ ਬਿਆਨ ਸੁਣਿਆ ਵੀ ਜਨਰਲ ਇਲੈਕਸ਼ਨ ਹੋ ਜਾਵੇ? ਪੂਰਾ ਪੰਥ, ਪੂਰੇ ਸਿੱਖ, ਪੂਰੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਇਲੈਕਸ਼ਨ ਹੋਣੀ ਚਾਹੀਦੀ ਆ। ਅਕਾਲੀ ਦਲ ਚੁੱਪ ਕਰਿਆ ਬੈਠਾ। ਇਹ ਦਖਲਅੰਦਾਜ਼ੀ ਨੂੰ ਕਿਉਂ ਨਹੀਂ ਅਕਾਲੀ ਦਲ ਕਹਿੰਦਾ? ਦਾ ਖਾਲਸ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਰਾਹੁਲ ਕਾਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀਆਂ ਚੋਣਾਂ ਤੁਸੀਂ ਦੇਖੀਆਂ ਕਿ ਕਿਵੇਂ ਬੀਬੀ ਜਗੀਰ ਕੌਰ ਵੱਲੋਂ ਅਕਾਲੀ ਦਲ ਤੋਂ ਵੱਖ ਹੋ ਕੇ ਜਾਂ ਫਿਰ ਕਹਿ ਲਓ ਬਗਾਵਤ ਕਰਕੇ ਚੋਣਾਂ ਦੇ ਵਿੱਚ ਜਿਹੜੀ ਹੈ ਉਹ ਐਂਟਰੀ ਮਾਰੀ ਹੈ ਤੇ ਕਾਫੀ ਹੱਦ ਤੱਕ ਮਜ਼ਬੂਤੀ ਮਿਲੀ ਵੀ ਹੈ ਜਾਂ ਨਹੀਂ ਮਿਲੀ। ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਸਾਹਿਬ ਨੇ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਖਾਲਸ ਟੀਵੀ ਤੇ ਨਾਲ ਹੀ ਮੇਰਾ ਇਹ ਸਵਾਲ ਕਿ ਵਾਕਈ ਮਜ਼ਬੂਤੀ ਮਿਲੀ ਹੈ ਤੁਹਾਡੇ ਧੜੇ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜੀ ਧੜਿਆਂ ਦੀ ਮਜ਼ਬੂਤੀ ਹੁੰਦੀ ਹੈ ਨਾ, ਠੀਕ ਹੈ, ਡੈਮੋਕ੍ਰੇਸੀ ਦੇ ਵਿੱਚ ਜਿਹੜੀ ਗਿਣਤੀ ਆ ਉਹਦਾ ਵੀ ਇੱਕ ਆਪਣਾ ਰੋਲ ਹੁੰਦਾ, ਪਰ ਜਦੋਂ ਤੁਸੀਂ ਤੁਹਾਡਾ ਅਖਲਾਕ ਤੇ ਤੁਹਾਡਾ ਕਿਰਦਾਰ ਤੇ ਤੁਹਾਡੀ ਆਵਾਜ਼ ਇੱਕ ਸੁਰਤਾ ਨਾਲ ਕੋਈ ਗੱਲ ਕਰਦੇ ਨੇ ਤਾਂ ਉਹ ਹਮੇਸ਼ਾ ਜ਼ਿਆਦਾ ਮਜ਼ਬੂਤੀ ਹੁੰਦੀ ਹੈ ਉਸ ਗੱਲ ਦੇ ਵਿੱਚ। ਜੇ ਤੁਹਾਡਾ ਅਖਲਾਕ ਹੈ ਨਹੀਂ, ਕਿਰਦਾਰ ਹੈ ਨਹੀਂ, ਤੇ ਤੁਹਾਡੀ ਗੱਲ ਦਾ ਕੋਈ ਫਾਇਦਾ ਨਹੀਂ, ਚਾਹੇ ਭਾਵੇਂ ਤੁਸੀਂ 100 ਬੰਦਾ ਖੜਿਆ ਹੋਊਗਾ। ਤਾਂ ਇਹ 2017 ਤੋਂ ਅਸੀਂ ਇਹਦੀ ਸ਼ੁਰੂਆਤ ਜਿਹੜੀ ਹੈ ਕੀਤੀ ਹੈ ਇਲੈਕਸ਼ਨ ਲੜਨ ਦੀ। ਉਹ ਮੈਂਬਰ ਇਕੱਠੇ ਹੋਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਅਸਤੀਫੇ ਦਿੱਤੇ ਸੀ, ਕਿਉਂਕਿ ਮੈਂ ਤਾਂ ਸੰਤ ਸਮਾਜ ਤੋਂ ਸੀਗਾ ਤੇ ਕੁਛ ਅਕਾਲੀ ਦਲ ਦੇ ਸੀ। ਤੋ 5 ਸਾਲਾਂ ਵਿੱਚ ਅਸੀਂ ਬੜੀ ਵੱਧ ਘੱਟ ਹੁੰਦੀ ਰਹੀ ਤੇ ਕਦੇ ਅਸੀਂ 24 ਸਾਡੇ ਕੋਲ ਪਹਿਲੇ ਦਿਨ ਇਕੱਠੇ ਹੋਏ, ਇਲੈਕਸ਼ਨ ਤੱਕ 13 ਰਹਿ ਗਏ। ਉਸ ਤੋਂ ਅਗਲੇ ਸਾਲ ਤੱਕ ਤਕਰੀਬਨ ਮੇਰਾ ਖਿਆਲ 7 ਰਹਿ ਗਏ। ਉਸ ਤੋਂ ਅਗਲੇ ਸਾਲ ਫਿਰ ਢੀਂਡਸਾ ਸਾਹਿਬ ਬਾਹਰ ਆ ਗਏ, 19 ਹੋ ਗਏ। ਤੋ ਇਸ ਵਾਰ ਜਿਹੜੇ ਨੇ 42 ਹੋ ਗਏ। ਸੋ ਮੈਂ ਇਹ ਗੱਲ ਨੂੰ ਬਹੁਤੀ ਮਾਨੇ ਨਹੀਂ ਰੱਖਦਾ ਹੈਗਾ। ਜਿੱਥੋਂ ਤੱਕ ਬੀਬੀ ਜਗੀਰ ਕੌਰ ਜੀ ਦਾ ਮਸਲਾ, ਉਹ ਅਕਾਲੀ ਦਲ ਦੀ ਇੱਕ ਆਪਣੀ ਜਿਹੜੀ ਅੰਦਰਲੀ ਸਥਿਤੀ ਆ, ਜਿਹੜੀ ਇਹ ਅੱਗ ਸਾਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਅੰਦਰੋਂ ਅੰਦਰੀ ਸੁਲਗ ਰਹੀ ਸੀ, ਕਿਉਂਕਿ ਬਾਰ-ਬਾਰ ਜਿਹੜਾ ਅਕਾਲੀ ਦਲ ਚੋਣਾਂ ਹਾਰ ਰਿਹਾ, ਸਿੱਖਾਂ ਦੇ ਵਿੱਚ ਪੰਥਕ ਤੌਰ ਤੇ ਹਾਸ਼ੀਏ ਤੇ ਚਲਿਆ ਗਿਆ। ਤਾਂ ਉਹਦਾ ਇੱਕ ਨਤੀਜਾ ਜਿਹੜਾ ਉਹ ਸਾਡੇ ਸਾਹਮਣੇ ਜਿਹੜਾ ਉਹ ਮਿਲਿਆ। ਸੋ ਸਾਡੀ ਲੜਾਈ ਜਿਹੜੀ ਉਹ ਜਾਰੀ ਰਹੂਗੀ ਤੇ ਪਹਿਲਾਂ ਵੀ ਜਾਰੀ ਸੀ, ਅੱਗੇ ਵੀ ਜਾਰੀ ਰਹੂਗੀ। ਠੀਕ ਆ ਕਿ ਨੈਚੁਰਲੀ ਗੱਲ ਆ ਕਿ ਜਿਹੜਾ 42 ਬੰਦੇ ਥੋੜੇ ਨਹੀਂ ਹੁੰਦੇ। 42 ਵੋਟਾਂ ਜਿਹੜੀਆਂ ਨੇ ਉਹ ਵੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ, ਕਿਹੜਾ ਕੋਈ ਉਸ ਤਰ੍ਹਾਂ ਹੀ ਮਤਲਬ ਆਮ ਵੋਟਾਂ ਨੇ। ਆਫਟਰ ਆਲ 40 ਹਜ਼ਾਰ ਸਿੱਖਾਂ ਦੇ ਨੁਮਾਇੰਦੇ ਨੇ ਉਹ ਪਰ ਹਲਕੇ ਦੇ ਵਿੱਚ। ਤੇ ਲੱਗ ਰਿਹਾ ਵੀ ਬੀਬੀ ਜਗੀਰ ਕੌਰ ਨੇ ਜੋ ਬਗਾਵਤ ਕੀਤੀ ਉਸ ਦਾ ਇਹ ਭਾਂਬੜ ਹੈ ਜਾਂ ਫਿਰ ਹੱਲੇ ਇਸ ਦਾ ਸੇਕ ਦੁਬਾਰਾ ਆਉਣਾ ਹੈ? ਨਹੀਂ, ਦੇਖੋ, ਇਹ ਉਹਨਾਂ ਦੀ ਆਪਣੀ ਪਾਰਟੀ ਦੀ ਇੰਟਰਨਲ ਸਥਿਤੀ ਹੈ, ਠੀਕ ਹੈ ਨਾ ਗੱਲ। ਕਮੇਟੀ ਦੇ ਵਿੱਚ ਫਿਰ ਕਿਵੇਂ ਹੈ? ਕਮੇਟੀ ਦੇ ਵਿੱਚ ਵੀ ਉਹਨਾਂ ਦਾ ਦੇਖੋ ਕਬਜ਼ਾ ਤਾਂ ਹੈਗਾ ਹੀ ਹੈ। ਅੱਜ ਵੀ ਬਹੁਮਤ ਜਿਹੜਾ, ਅੱਜ ਵੀ ਤੁਸੀਂ ਦੇਖ ਰਹੇ ਹੋ ਕਿ 104 ਵੋਟ ਉਹਨਾਂ ਨੂੰ ਪਈ ਹੈ। ਤਾਂ ਅੱਜ ਵੀ ਉਹੀ ਕਾਬਜ਼ ਨੇ। ਦੇਖੋ, ਸਾਡਾ ਜਿਹੜਾ ਮਸਲਾ
ਅਸੀਂ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਨਾਲ ਪੰਥਕ ਅਕਾਲੀ ਲਹਿਰ ਦਾ ਮਿਸ਼ਨ ਲੈ ਕੇ ਚੱਲ ਰਹੇ ਹਾਂ। ਅਸੀਂ ਇਹ ਕਹਿੰਦੇ ਕਿ ਜਿੰਨੀ ਦੇਰ ਜਨਰਲ ਇਲੈਕਸ਼ਨ ਨਹੀਂ ਹੁੰਦੀ ਉਨੀ ਦੇਰ ਤੱਕ ਕੌਮ ਨੂੰ ਜੋ ਕੌਮ ਚਾਹੁੰਦੀ ਹੈ ਉਹ ਨਹੀਂ ਮਿਲਣਾ। ਕੌਮ ਚਾਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਕਿਰਦਾਰਾਂ ਵਾਲੇ ਹੋਣ, ਸ਼੍ਰੋਮਣੀ ਕਮੇਟੀ ਮੈਂਬਰ ਅਖਲਾਕ ਵਾਲੇ ਹੋਣ, ਸ਼੍ਰੋਮਣੀ ਕਮੇਟੀ ਮੈਂਬਰ ਗੁਰੂ ਸਾਹਿਬ ਜੀ ਦੇ ਭੈ ਅਦਬ ਦੇ ਵਿੱਚ ਰਹਿਣ ਵਾਲੇ ਹੋਣ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਤਿ ਨੂੰ ਪਰਨਾਏ ਹੋਣ। ਸ਼੍ਰੋਮਣੀ ਕਮੇਟੀ ਮੈਂਬਰ ਦਾ ਕੰਮ ਹੈ ਧਰਮ ਪ੍ਰਚਾਰ ਕਰਨਾ। ਪਰ ਅੱਜ ਕੀ ਹੋ ਰਿਹਾ, ਅੱਜ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਨੇ ਉਹ ਲੀਡਰਾਂ ਦੀਆਂ ਜਿਵੇਂ ਕਹਿ ਦਈਏ ਵੀ ਚਾਪਲੂਸੀਆਂ ਕਰਦੇ ਨੇ, ਉਹਨਾਂ ਦੀ ਗੱਡੀਆਂ 'ਚ ਕਰਿੰਦਿਆਂ ਦੀ ਤਰ੍ਹਾਂ ਉਹਨਾਂ ਨੂੰ ਦੱਬੀ ਫਿਰਦੇ ਨੇ। ਉਹਦਾ ਇੱਕ ਨਮੂਨਾ ਕਿ ਅੱਜ ਬੀਬੀ ਜਗੀਰ ਕੌਰ ਨੇ ਕਿਹਾ ਆਪਣੀ ਜ਼ਮੀਰ ਦੀ ਆਵਾਜ਼ ਨਾਲ ਪਾਓ, ਪਰ ਉਹ ਇੱਕ ਲੀਡਰਾਂ ਦੇ ਜਿਹੜੇ ਅੱਗੇ ਉਹਨਾਂ ਤੇ ਪ੍ਰੈਸ਼ਰ ਹੈ ਜਾਂ ਉਹਦੇ ਦੀ ਅਧੀਨਗੀ ਆ, ਉਹਨਾਂ ਨੂੰ ਉਸ ਚੁੰਗਲ 'ਚੋਂ ਨਿਕਲ ਨਹੀਂ ਦਿੰਦਾ ਹੈਗਾ। ਤਾਂ ਇਸੇ ਕਰਕੇ ਜਦੋਂ ਤੁਸੀਂ ਆਜ਼ਾਦ ਹੋਵੋਗੇ ਤਾਂ ਤੁਸੀਂ ਜਿੱਥੇ ਖਾਮੀ ਹੋਊਗੀ ਤਾਂ ਉਹਦੀ ਗੱਲ ਵੀ ਕਰਦੇ ਹੋ। ਬੀਬੀ ਜਗੀਰ ਕੌਰ ਵੱਲੋਂ ਜੋ 42 ਵੋਟਾਂ ਤੁਹਾਨੂੰ ਮਿਲੀਆਂ ਨੇ, ਤਾਂ ਵਿਰੋਧੀ ਪਾਰਟੀ ਜਿਹੜੀ ਤੁਹਾਡੀ ਹੈਗੀ ਹੈ ਅਕਾਲੀ ਦਲ ਧੜੇ ਦੇ ਵਿੱਚੋਂ ਤੁਹਾਡੇ ਹਿੱਸੇ ਕਿੰਨੀਆਂ ਆ? ਦੇਖੋ ਇਹ ਇਸ ਤਰ੍ਹਾਂ ਨਹੀਂ, ਇਹ ਤਾਂ ਚਲੋ ਵੋਟਾਂ ਦੀ ਇਹਦੀ ਕੋਈ ਖਾਤੇ ਕਿਸੇ ਮੈਂਬਰ ਨੇ ਗੱਲ ਕੀਤੀ ਹੋਵੇ ਨਹੀਂ ਇਦਾਂ ਦੀਆਂ। ਮੈਂ ਆਪਣਾ ਤੁਹਾਨੂੰ ਦੱਸ ਸਕਦਾ ਕਿ ਸਾਡਾ ਇੱਕ ਸੀਗਾ, ਸਾਡਾ ਆਪਣਾ ਧੜਾ ਸੀ। तो ਅਸੀਂ ਨੈਚੁਰਲੀ ਗੱਲ ਆ ਕਿ ਜੇ ਕੋਈ ਵੱਡਾ ਲੀਡਰ ਆ ਕੇ ਖੜ ਗਿਆ ਤਾਂ ਇਹ ਤਾਂ ਸੁਭਾਵਿਕ ਆ, ਠੀਕ ਹੈ ਨਾ ਗੱਲ ਉੱਥੇ, ਕਿਉਂਕਿ ਉਹਦੀ ਲੜਾਈ ਤੁਸੀਂ ਲੜਦੇ ਹੋ। ਹੁਣ ਇਹਦੇ ਵਿੱਚ ਕਿਵੇਂ ਵੋਟ ਆਈ, ਕਿੰਨੀਆਂ ਪਈਆਂ, ਇਹ ਤਾਂ ਮੇਰਾ ਖਿਆਲ ਆ ਬਿਹਤਰ ਬੀਬੀ ਜਗੀਰ ਕੌਰ ਜੀ ਨੂੰ। ਉਮੀਦ ਵੈਸੇ ਤੁਹਾਨੂੰ ਕਿੰਨੀ ਸੀ ਵੀ ਕਿੰਨੀਆਂ ਆ ਸਕਦੀਆਂ? ਮੇਰੀ ਉਮੀਦ ਇੰਨੀ ਸੀ ਕਿ ਜਿੰਨੇ ਮੈਂਬਰ ਬਾਹਰ ਨਿਕਲ ਕੇ ਤੁਰ ਪੈਣਗੇ ਉਨੀਆਂ ਹੀ ਵੋਟਾਂ ਪੈਣਗੀਆਂ। ਨਹੀਂ ਕੋਈ ਗਿਣਤੀ ਹੋਏ? ਨਹੀਂ, ਮੈਂ ਇਦਾਂ ਦੀ ਗਿਣਤੀ, ਮੈਂ ਕਿਹੜਾ ਇਹਦੇ ਗੇਮ ਦੇ ਵਿੱਚ ਇਨਵੋਲਵ ਸੀਗਾ। ਤੇ ਇਹ ਮੇਰਾ ਲੱਗਦਾ ਸੀ ਕੋਈ 50 60 70 ਦੇ ਵਿੱਚ ਪਹੁੰਚ ਸਕਦੇ ਹੋ ਜਾਂ 30 ਤੱਕ? ਦੇਖੋ ਜੇ ਓਪਨ 50 ਹੋ ਜਾਂਦੇ ਤਾਂ ਵੋਟਾਂ 55 ਨਿਕਲੇ ਆਉਂਦੀਆਂ, ਓਪਨ 55 ਹੋ ਜਾਂਦੇ ਤੇ ਵੋਟਾਂ 60 ਨਿਕਲੇ ਆਉਂਦੀਆਂ। ਤੇ ਜਦੋਂ ਮੈਂ ਦੇਖਿਆ ਕਿ ਓਪਨ ਜਿਹੜੇ ਨੇ ਲਗਭਗ 32-33 ਮੈਂਬਰ ਨੇ, 30-31, ਮੈਂ ਤਾਂ ਵੈਸੇ ਮੇਰੇ ਐਸਟੀਮੇਟ ਤੋਂ ਤਾਂ ਮੈਨੂੰ ਲੱਗਦਾ ਵੋਟਾਂ ਜ਼ਿਆਦਾ ਪੈ ਗਈਆਂ ਜੇ ਸੱਚ ਪੁੱਛੋ। ਜਿਹੜੀ ਮੇਰੀ ਤੇ ਸਾਡੇ ਸਾਥੀ ਮੈਂਬਰ ਜਿਹੜੇ ਸਰਦਾਰ ਜਸਵੰਤ ਸਿੰਘ ਪੜੈਣ ਜਾਂ ਸਰਦਾਰ ਸਰਬੰਸ ਸਿੰਘ ਮਾਨਕੀ, ਜਿਹੜੀ ਅਸੀਂ ਉਹ ਤੋਂ ਹਿਸਾਬ ਲਾਇਆ ਸੀ ਕਿ ਜਿੰਨੇ ਮੈਂਬਰ ਕਮਰੇ ਦੇ ਵਿੱਚ ਇੱਥੇ ਬੈਠ ਕੇ ਆ ਕੇ, ਤਾਂ ਅਸੀਂ ਉਹ ਤੋਂ ਐ ਲੱਗ ਸੀ ਵੀ 2 4 5 ਵੋਟਾਂ ਹੋਰ ਪੈ ਜਾਣਗੀਆਂ। ਕਿਉਂਕਿ ਇੱਕ ਅਸੀਂ 7 ਸਾਲਾਂ 'ਚ ਦੇਖਿਆ ਇਹ ਜਿਹੜਾ ਪਿਛਲਾ ਤਜਰਬਾ 5 ਸਾਲਾਂ 'ਚ ਸੌਰੀ, ਕਿ ਜਿੰਨੇ ਮੈਂਬਰ, ਮੈਂ 2019 ਦੀ ਮੈਨੂੰ ਯਾਦ ਆ ਕਿ ਅਸੀਂ ਇੱਕ ਜਗ੍ਹਾ ਮੀਟਿੰਗ ਕੀਤੀ, ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰੀ ਬੈਠੇ ਸੀ ਸਾਰੇ। ਮੈਂ ਢੀਂਡਸਾ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਕਿੰਨੀ ਕੁ ਵੋਟ ਆਪਾਂ ਨੂੰ? ਤੇ ਉਹ ਕਹਿੰਦੇ ਵੀ ਆਪਾਂ ਨੂੰ ਹਾਂ ਤਾਂ ਇੰਨਿਆਂ ਨੇ ਕੀਤੀ ਹੋਈ ਆ। ਤੇ ਅਸੀਂ ਮੈਨੂੰ ਯਾਦ ਆ ਕਿ ਮਾਨਕੀ ਸਾਹਿਬ ਨੇ ਗੱਲ ਕਹੀ ਕਿ ਆਪਾਂ ਇੱਥੇ ਕਿੰਨੇ ਆ? ਉਹ ਕਹਿੰਦੇ ਜੀ ਆਪਾਂ ਇੱਥੇ 20 ਆ। ਤਾਂ ਅਸੀਂ ਕਿਹਾ ਵੀ 20 ਚੋਂ 19 ਤਾਂ ਹੋ ਸਕਦੇ ਆ ਪਰ 21 ਨਹੀਂ ਹੋਣੇ। ਉਹੀ ਗੱਲ ਹੋਈ ਜਦੋਂ ਵੋਟ ਪਾਉਣ ਗਏ ਤੇ ਸਾਡੇ ਵਿੱਚੋਂ ਇੱਕ ਭੱਜ ਗਿਆ ਉੱਥੋਂ, ਤੇ ਇੱਧਰ ਸੀਗਾ ਮਾਲਵੇ ਦਾ ਮੈਂਬਰ, 19 ਵੋਟਾਂ ਸਭ ਨਿਕਲੀਆਂ। ਤੇ ਕੀ ਲੱਗਦਾ ਫਿਰ ਹੁਣ ਅਕਾਲੀ ਦਲ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਅਕਾਲੀ ਦਲ ਹੈਗਾ, ਉਸ ਨੂੰ ਸੰਨ ਲੱਗੀ ਹੈ? ਸੁਭਾਵਿਕ ਹੈ ਜੀ, ਸੰਨ ਕੀ ਪਾੜ ਲੱਗਿਆ ਕਿ ਜਿਹਦੇ ਦਲ ਦੇ, ਵੈਸੇ ਤਾਂ ਤਕਰੀਬਨ ਦੇਖੋ ਅਸੀਂ ਵੀ ਸਾਰੇ, ਮੈਂ ਭਾਵੇਂ ਸੰਤ ਸਮਾਜ ਤੋਂ ਸੀ ਪਰ ਟਿਕਟ ਤਾਂ ਅਕਾਲੀ ਦਲ ਦੀ ਸੀਗੀ। ਜਦੋਂ ਕੋਈ ਗੁਨਾਹ ਸਾਨੂੰ ਦਿਸੇ, ਸਾਨੂੰ ਮਾੜੀਆਂ ਗੱਲਾਂ ਦਿਸੀਆਂ, ਸਾਰੇ ਹੌਲੀ ਕਰਕੇ ਤੋ ਜੇ ਅੱਜ 42 ਮੈਂਬਰ ਉਹਨਾਂ ਦੇ ਨਿਕਲ ਚੁੱਕੇ ਨੇ ਉਹਨਾਂ ਦੇ ਕੋਲੋਂ, ਤਾਂ ਅੱਜ ਉਹਨਾਂ ਦੇ ਵੱਡੇ ਲੀਡਰ ਸਮਝ ਲਓ, ਚਾਹੇ ਪਹਿਲਾਂ ਢੀਂਡਸਾ ਸਾਹਿਬ ਸੀ ਜਾਂ ਹੁਣ ਬੀਬੀ ਜਗੀਰ ਕੌਰ ਨੇ, ਐਡੇ ਲੀਡਰ ਨਿਕਲ ਰਹੇ ਨੇ, ਤਾਂ ਫਿਰ ਵੀ ਕਹਿਣ ਅਸੀਂ ਜਿੱਤ ਗਏ। ਤੇ ਮੇਰੇ ਤਾਂ ਸਮਝ ਤੋਂ ਬਾਹਰ ਆ ਵੀ ਇਹ ਕਿਹੋ ਜੀ ਜਿੱਤ ਦੇ ਰਿਹਾ ਪਰਮਾਤਮਾ ਉਹਨਾਂ ਨੂੰ। ਚੋਣਾਂ ਤੋਂ ਪਹਿਲਾਂ ਕੋਈ ਬਾਦਲ ਸਾਹਿਬ ਦਾ ਜਾਂ ਫਿਰ ਕੋਈ ਉਹਨਾਂ ਦੇ ਧੜੇ ਦੇ ਕਿਸੇ ਬੰਦੇ ਦਾ ਤੁਹਾਨੂੰ ਫੋਨ ਆਇਆ ਸੀ? ਨਹੀਂ, ਦੇਖੋ ਇਹ ਸੁਭਾਵਿਕ ਆ, ਇਹ ਬਿਲਕੁਲ ਆਉਂਦੇ ਹੁੰਦੇ ਨੇ। ਤੇ ਫੋਨ ਕਿਸੇ ਨੂੰ ਕਰ ਲੈਣਾ ਜਾਂ ਸੁਣ ਲੈਣਾ ਇਹ ਕੋਈ ਗੁਨਾਹ ਨਹੀਂ ਹੁੰਦਾ। ਤੇ ਫਿਰ ਜਵਾਬ ਕੀ ਸੀ ਤੁਹਾਡਾ? ਨਹੀਂ, ਜਵਾਬ ਜੋ ਮਰਜ਼ੀ ਹੋਵੇ ਜੀ। ਮੈਂ ਤਾਂ ਇਸ ਗੱਲ ਨੂੰ ਭਾਈ ਸਾਹਿਬ ਇਹ ਸਮਝਦਾ, ਤੁਹਾਨੂੰ ਮੰਨ ਲਓ ਕੋਈ ਫੋਨ ਆਇਆ, ਤੁਸੀਂ ਸੁਣ ਲਿਆ, ਅਗਲੇ ਨੇ ਆਪਣੀ ਗੱਲ ਕਰਨੀ ਹੈ, ਤੁਸੀਂ ਆਪਣਾ ਜਵਾਬ ਦਿੱਤਾ। ਪਰ ਜੇ ਹੁਣ ਮੈਂ ਕਹਾਂ ਵੀ ਜਿਨ੍ਹਾਂ ਦੇ ਮੈਨੂੰ ਫੋਨ ਆਏ ਸੀ ਮੈਂ ਰਿਕਾਰਡਿੰਗ ਕਰਕੇ ਉਹ ਮੀਡੀਆ ਤੇ ਸੁਣਾਵਾਂ, ਤਾਂ ਮੈਨੂੰ ਲੱਗਦਾ ਕਿ ਬੰਦੇ ਦੇ ਕਰੈਕਟਰ ਦਾ ਇੱਕ ਨੀਚਪਣਾ ਹੁੰਦਾ, ਉਹਦਾ ਇੱਕ ਬੰਦੇ ਦਾ ਡਿੱਗਿਆ ਹੋਇਆ ਮਿਆਰ ਹੁੰਦਾ। ਮਤਲਬ ਜੇ ਬੰਦਾ ਤੁਹਾਨੂੰ ਕੋਈ ਫੋਨ ਕਰ ਰਿਹਾ, ਇਹਦਾ ਮਤਲਬ ਕਿਤੇ ਨਾ ਕਿਤੇ ਉਹਦਾ ਤੁਹਾਡੇ ਨਾਲ ਕੋਈ ਰਿਲੇਸ਼ਨ ਰਿਹਾ ਹੋਊਗਾ। ਬੰਦਾ ਸੋਚਦਾ ਕਿ ਸ਼ਾਇਦ ਮੈਂ ਕੋਸ਼ਿਸ਼ ਕਰ ਲਾਂ। ਦੇਖੋ ਇਹੋ ਜਿਹੇ ਸਮੇਂ ਦੇ ਵਿੱਚ ਇਹ ਗੁਨਾਹ ਨਹੀਂ ਹੁੰਦਾ ਜੇ ਮਤਲਬ ਸਾਨੂੰ ਅਕਾਲੀ ਦਲ ਵਾਲਿਆਂ ਜਾਂ ਲੀਡਰਾਂ ਦੇ ਫੋਨ ਆ ਗਏ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ ਕਿਸੇ ਦੇ ਫੋਨ ਆ ਗਏ, ਇਹ ਕੋਈ ਗੁਨਾਹ ਨਹੀਂ ਹੈ। ਦੇਖੋ ਇਹ ਬੰਦੇ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ, ਆਪਣੀ ਉਹਦੀ ਇੱਕ ਸੋਚ ਹੁੰਦੀ ਹੈ। ਸੋ ਇਸ ਲਈ ਤਾਂ ਇਹ ਕੋਈ ਏਡੀ ਵੱਡਾ ਮਸਲਾ ਨਹੀਂ ਹੈਗਾ। ਤੇ ਦੂਸਰੇ ਪਾਸੇ ਜਿਹੜੇ ਇਲਜ਼ਾਮ ਵੀ ਲੱਗੇ ਸੀ ਬੀਬੀ ਜਗੀਰ ਕੌਰ ਦੇ ਉੱਪਰ ਕਿ ਬੀਜੇਪੀ ਦੀ ਸ਼ਾਹ ਹੈ ਉਹਨਾਂ ਨੂੰ, ਕੀ ਤੁਹਾਨੂੰ ਕੀ ਲੱਗਦਾ ਇਸ ਤੇ? ਦੇਖੋ ਇਹ ਤਾਂ ਕੁਦਰਤੀ ਗੱਲ ਹੈ, ਬਾਦਲ ਵਾਲਿਆਂ ਦਾ ਇਹ ਪੁਰਾਣਾ ਨਾਰਾ
ਮੈਂ ਤਾਂ ਹੈਰਾਨ ਆ ਵੀ ਐਕਤੀ ਇਹਨਾਂ ਨੇ ਕਾਂਗਰਸ ਕਿਉਂ ਬਖਸ਼ਤੀ। ਜਦੋਂ ਅਸੀਂ 2017 ਦੇ ਵਿੱਚ ਇਹ ਚੋਣ ਦੀ ਮੁਹਿੰਮ ਸ਼ੁਰੂਆਤ ਕੀਤੀ ਸੀ, ਉਦੋਂ ਇਹ ਸਾਨੂੰ ਕਹਿੰਦੇ ਸੀ ਕਿ ਕਾਂਗਰਸ ਦੀ ਬੀ ਟੀਮ ਹੈ, ਜਿਹੜੇ ਲੋਕ ਨੇ ਕਾਂਗਰਸ ਦੀ ਸ਼ਹਿ ਤੇ ਕਰ ਰਹੇ ਨੇ। ਮੈਨੂੰ ਇਹਨਾਂ ਦੇ ਸਰਟੀਫਿਕੇਟਾਂ ਦੀ ਸਮਝ ਨਹੀਂ ਆਉਂਦਾ, ਬਲਕਿ ਮੈਨੂੰ ਤਾਂ ਕਈ ਵਾਰੀ ਅਫਸੋਸ ਇਹ ਹੁੰਦਾ, ਸਾਡੇ ਹੀ ਕੁਝ ਭਰਾ ਜਿਹੜੇ ਮੈਂ ਸੋਚਦਾ ਹੁੰਦਾ ਸੰਪਰਦਾਈ ਸੋਚ ਵਾਲੇ ਵੀ, ਜਦੋਂ ਦਿੱਲੀ 'ਚ ਚੋਣ ਹੋਈ ਭਾਈ ਰਣਜੀਤ ਸਿੰਘ ਜੀ ਦਾ ਸਮਝੌਤਾ ਹੋਇਆ ਪਰਮਜੀਤ ਸਿੰਘ ਸਰ ਨੇ ਨਾਲ, ਮੈਨੂੰ ਬੜਿਆਂ ਨੇ ਫੋਨ ਕੀਤੇ ਕਿ ਜੀ ਟੈਲੀਫੋਨ ਕੀਤੇ, ਇਹ ਜਿਹੜਾ ਪਰਮਜੀਤ ਸਿੰਘ ਸਰ ਨੇ 10ਮ ਗ੍ਰੰਥ ਦਾ ਵਿਰੋਧੀ ਆ, ਇਹਦੇ ਨਾਲ ਜਿਹੜਾ ਸਮਝੌਤਾ ਕੀਤਾ ਗਿਆ ਇਹ ਗੈਰ ਵਾਜਬ ਆ। ਤਾਂ ਕਿਤੇ ਨਾ ਕਿਤੇ ਮੇਰੇ ਵੀ ਮਨ ਤੇ ਪ੍ਰੈਸ਼ਰ ਹੁੰਦਾ ਸੀ ਵੀ ਦੇਖੋ ਉਥੋਂ 10ਮ ਵਿਰੋਧੀ ਗੱਲਾਂ ਤਾਂ ਦਿੱਲੀ ਦੀ ਸਟੇਜ ਤੋਂ ਹੁੰਦੀਆਂ ਰਹੀਆਂ, ਪਰ ਹੁਣ ਮੈਂ ਹੈਰਾਨ ਆ ਕਿ ਉਹੀ ਸਰਨਾ ਅਕਾਲੀ ਦਲ ਬਾਦਲ 'ਚ ਵੜਿਆ, ਹੁਣ ਨਹੀਂ ਕਿਸੇ ਨੇ ਕਿਹਾ ਹੈਗਾ ਵੀ ਇਹ 10ਮ ਦਾ ਵਿਰੋਧੀ ਹੈ। ਹੁਣ ਉਹ ਪਤਾ ਨਹੀਂ ਕਿਹੜਾ ਇਹੋ ਜਿਹਾ ਫਿਲਟਰ ਲੱਗਿਆ ਵੀ ਜਿਹਦੇ 'ਚ ਉਹ ਕਿਹੜੀ ਸੰਪਰਦਾ ਦੀ ਆਪਣਾ ਉਹਨੂੰ ਵਿੱਦਿਆ ਮਿਲ ਗਈ, ਅੱਜ ਉਹ ਸਾਰਾ ਕੁਝ ਛੱਡ ਗਿਆ। ਅੱਛਾ, ਇਸੇ ਤਰ੍ਹਾਂ ਹੁਣ ਵੀ ਮੈਨੂੰ ਬਹੁਤ ਸਾਰੇ ਕਹਿੰਦੇ ਜੀ ਬੀਬੀ ਜਗੀਰ ਕੌਰ ਨਾਲ ਸਾਡੀ ਸਿਧਾਂਤਕ ਕੁਝ ਗੱਲਾਂ, ਹੋ ਸਕਦਾ ਕਿ ਕੁਝ ਮਸਲੇ ਨੇ ਜਿਵੇਂ ਕਿ ਅਸੀਂ ਸੰਪਰਦਾਈ ਸੋਚ ਵਾਲੇ ਆ, ਬੀਬੀ ਜੀ ਮਤਲਬ ਸੋਚ ਜਿਹੜੀ ਆ ਉਹ ਰੱਖਦੇ ਨੇ, ਮਤਲਬ ਜਾਂ ਅਕਾਲ ਤਖਤ ਵਾਲੀ ਮਰਜ਼ਾਦਾ ਦੀ ਉਹ ਆਪਣੀ ਗੱਲ ਕਰਦੇ ਨੇ, ਸ਼੍ਰੋਮਣੀ ਕਮੇਟੀ ਦੀ, ਉਹ ਕਹਿੰਦੇ ਜੀ ਸਾਡੀ ਇਹਨਾਂ ਨਾਲ ਸਿਧਾਂਤਕ ਜਿਹੜੀ ਆ ਗੱਲ ਨਹੀਂ ਹੈਗੀ, ਇਸ ਕਰਕੇ ਬਣਦੀ ਨਹੀਂ। ਹੁਣ ਮੈਂ ਸੋਚਦਾ ਕਿ 2020 ਚ ਬੀਬੀ ਜੀ ਜਦੋਂ ਪ੍ਰਧਾਨ ਬਣਾਏ ਅਕਾਲੀ ਦਲ ਬਾਦਲ ਨੇ, ਉਹਨਾਂ ਸਾਰੇ ਬੰਦਿਆਂ ਨੇ ਠੋਕ ਕੇ ਬੀਬੀ ਜੀ ਨੂੰ ਵੋਟ ਪਾਈ ਉਦੋਂ। ਇਹ ਮਤਲਬ ਕੀ ਹੈ ਵੀ ਇਹਦਾ ਮਤਲਬ ਜੇ ਬੰਦਾ ਕੋਈ ਬਾਦਲ ਦਲ ਤੋਂ ਬਾਹਰ ਆ ਗਿਆ ਫਿਰ ਉਹ ਗੈਰ ਸਿਧਾਂਤਕ ਹੋ ਜਾਂਦਾ, ਤੇ ਜਦੋਂ ਅੰਦਰ ਰਹਿੰਦਾ ਤੇ ਉਹ ਸਿਧਾਂਤਕ ਹੋ ਜਾਂਦਾ। ਇਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਪੈਮਾਨੇ ਅਸੀਂ ਬਣਾਉਣ ਲੱਗੇ ਆਪਣੇ ਆਪ ਦੇ ਵਿੱਚ, ਇਹ ਮੇਰੀ ਸਮਝ ਤੋਂ। ਵੈਸੇ ਬੀਜੇਪੀ ਨਾਲ ਜਾਣਨਾ ਕੀ ਕੁਝ ਹੈ, ਗੁਨਾਹ ਹੈਗਾ ਕੁਝ? ਦੇਖੋ ਇਹ ਤਾਂ ਜੇ ਤਾਂ ਹੁਣ ਮੀਡੀਆ ਦੇ ਕੋਲ ਕੋਈ ਪ੍ਰੂਫ ਹੋਵੇ, ਗੱਲਾਂ ਕਹਿ ਦੇਣੀਆਂ ਫਲਾਣੇ ਦੇ ਪਿੱਛੇ ਆ, ਇਹ ਬੜਾ ਸੌਖਾ ਹੁੰਦਾ। ਇੱਕ ਇਲਜ਼ਾਮ ਹੁੰਦੀ ਆ ਕਿ ਉਹਨੂੰ ਤੁਸੀਂ ਜਸਟੀਫਾਈ ਕਰਨ ਲਈ ਕੋਈ ਉਹਦਾ ਪ੍ਰੂਫ ਹੋਵੇ ਤੇ ਅਸੀਂ ਮੰਨ ਸਕਦੇ ਹਾਂ। ਬਾਕੀ ਦੇਖੋ ਕਿਉਂਕਿ ਇਹ ਆਵਾਜ਼ਾਂ ਵੀ ਅਕਾਲੀ ਦਲ ਚੋਂ ਹੀ ਨਿਕਲੀਆਂ ਨਾ। ਸੁਖਪਾਲ ਖਹਿਰਾ ਉਹਨਾਂ ਦੇ ਭੁਲੱਥ ਹਲਕੇ ਤੋਂ ਜਿਹੜੇ ਵਿਧਾਇਕ ਆ ਉਹ ਵੀ ਕਹਿ ਰਹੇ ਸੀ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਬੀਜੇਪੀ ਕਰਨਾ ਚਾਹੁੰਦੀ ਹੈ ਥਰੂ ਬੀਬੀ ਜਗੀਰ ਕੌਰ। ਇਹ ਦੇਖੋ ਸੁਖਪਾਲ ਖਹਿਰਾ ਸਾਹਿਬ ਦੀ ਜਾਂ ਬੀਬੀ ਜੀ ਦੀ ਜਿਹੜਾ ਆਪਸੀ ਟਕਰਾਅ ਹੈ, ਇਹ ਕਿਸੇ ਜਹਾਨ ਤੋਂ ਲੁਕਿਆ ਨਹੀਂ ਹੋਇਆ, ਇਹ ਪਤਾ। ਮਸਲਾ ਇਹ ਆ, ਚਲੋ ਮੰਨ ਲਓ ਅਸੀਂ ਇਹ ਗੱਲ ਕਹਿੰਦੇ ਆ ਜੀ ਕਿ ਫਲਾਣੀ ਪਾਰਟੀ ਫਲਾਣੇ ਦੇ ਪਿੱਛੇ ਉਹ ਕਬਜ਼ਾ ਕਰਨੀ ਚਾਹੁੰਦੀ ਆ, ਕੀ ਮਤਲਬ ਮੈਨੂੰ ਇਹ ਦੱਸੋ, ਇਹਦਾ ਕੋਈ ਪ੍ਰੂਫ ਕੀ ਆ ਤੁਹਾਡੇ ਕੋਲ? ਪ੍ਰੂਫ ਰੱਖੋ। ਦੂਸਰੀ ਗੱਲ ਦੇਖੋ, ਕਿਸਾਨਾਂ ਦੇ ਉਲਟ ਬਿੱਲ ਆਇਆ, ਇਹ ਸਾਰੇ ਜਹਾਨ ਨੂੰ ਪਤਾ ਕਿ ਪੰਜਾਬ ਦੇ ਕਿਸਾਨਾਂ ਨੇ, ਉਹ ਸਾਰੀ ਲੜਾਈ ਪੰਜਾਬ ਦੇ ਕਿਸਾਨ ਦੀ ਸੀ, ਕਿਸਾਨਾਂ ਦੇ ਵਿੱਚ ਵੀ ਉਹ ਲੜਾਈ ਸਿੱਖਾਂ ਦੀ ਸੀ। ਇੱਕ ਸਾਨੂੰ ਸਮਾਜਿਕ ਤੌਰ ਤੇ ਲੱਗਿਆ ਕਿ ਆਰਥਿਕ ਤੌਰ ਤੇ ਇਹ ਗੱਲ ਠੀਕ ਨਹੀਂ, ਤੇ ਅਖੀਰ ਨੂੰ ਇਸ ਵਕਤ ਹਿੰਦੁਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਉਹ ਵਾਪਸ ਲੈਣੇ ਪਏ। ਕਿ ਤੁਹਾਨੂੰ ਲੱਗਦਾ ਕਿ ਬੀਜੇਪੀ ਜਾਂ ਕੋਈ ਹੋਰ ਗੁਰਦੁਆਰਿਆਂ ਤੇ ਕਬਜ਼ਾ ਕਰਨ ਲੱਗੇ ਤੇ ਜਾਂ ਇਸ ਤਰ੍ਹਾਂ ਐਂਟਰ ਕਰਨ ਲੱਗੇ ਤੇ ਸਿੱਖ ਉਹਨੂੰ ਚੁੱਪ ਕਰਕੇ ਬੈਠ ਕੇ ਬਰਦਾਸ਼ਤ ਕਰਨਗੇ? ਹਰਿਆਣਾ ਦਾ ਦਾਅਵਾ ਦਿੱਤਾ ਉਹਨੇ, ਹਰਿਆਣਾ ਦਾ ਦਾਅਵਾ ਕੀਤਾ, ਹਰਿਆਣੇ ਦਾ ਦਾਅਵਾ, ਉੱਥੇ ਦੇ ਸਿੱਖ ਨੇ, ਕਹਿੰਦੇ ਦਿੱਲੀ 'ਚ ਵੀ ਮਨਜਿੰਦਰ ਸਿਰਸਾ ਥਰੂ ਕਰ ਗਏ। ਇਹ ਦੇਖੋ ਜੀ ਗੱਲ ਇਹ ਆ, ਜੇ ਹਰਿਆਣੇ 'ਚ ਕਮੇਟੀ ਬਣੀ ਆ, ਉੱਥੋਂ ਦੇ ਸਿੱਖਾਂ ਦੀ ਆਵਾਜ਼ ਆ, ਉੱਥੇ ਦੇ ਬੀਜੇਪੀ ਨੇ ਤਾਂ ਨਹੀਂ ਕਿਹਾ ਵੀ ਜਿਹੜੀ ਕਮੇਟੀ ਆ ਸਾਨੂੰ ਵੱਖਰੀ ਕਰਕੇ ਦਿਓ, ਉੱਥੇ ਦੇ ਸਿੱਖ ਕਹਿ ਰਹੇ ਨੇ ਨਾ। ਸਿੱਖ ਕਿਉਂ ਕਹਿ ਰਹੇ ਨੇ? ਤੁਹਾਡੀਆਂ ਖਾਮੀਆਂ ਕਰਕੇ ਕਹਿ ਰਹੇ ਨੇ, ਆਪਣੇ ਗੁਨਾਹ ਦੇਖੋ। ਮੈਂ ਹਾਲਾਂਕਿ ਹਰਿਆਣਾ ਕਮੇਟੀ ਮਸਲੇ ਦੇ ਵਿੱਚ ਮੈਂ ਸਮਝਦਾ ਕਿ ਜਦੋਂ ਕੋਈ ਘਰ ਪਾਟ ਦਾ ਕਮਜ਼ੋਰੀ ਆਉਂਦੀ ਆ, ਉਹਦੇ ਨਾਲ ਫਰਕ ਪੈਂਦਾ, ਪਰ ਆਖਰ ਕੋਈ ਵਜ੍ਹਾ ਤਾਂ ਹੋਊਗੀ ਨਾ। ਕੋਈ ਉਹਨਾਂ ਦੀ ਜੇ ਡਿਮਾਂਡ ਉੱਠੀ ਆ ਤਾਂ ਉਹਦੀ ਕੋਈ ਵਜ੍ਹਾ ਰਹੀ ਹੋਊਗੀ, ਕੋਈ ਮਸਲੇ ਰਹੇ ਹੋਣਗੇ। ਤੇ 2002 ਤੋਂ ਇਹ ਮੰਗ ਉੱਠਦੀ ਆ। 8 ਦੇ ਵਿੱਚ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤੀ ਸੀ ਵੀ ਸਾਡਾ ਹਰਿਆਣੇ ਦਾ ਪੈਸਾ ਹਰਿਆਣੇ 'ਚ ਰਹੇ, ਇਹਦੀ ਇੱਕ ਸਬ ਕਮੇਟੀ ਬਣਾ ਦਿੱਤੀ ਜਾਵੇ, ਉਹ ਅਸੀਂ ਆਪ ਖਰਚੀਏ, ਸਾਨੂੰ ਇਹ ਇਜਾਜ਼ਤ ਹੋਵੇ ਕਿ ਅਸੀਂ ਪੋਲੀਟੀਕਲੀ ਕਿਸੇ ਦੇ ਨਾਲ ਅਲਾਈਅੰਸ ਕਰੀਏ, ਇਹਦੇ ਵਿੱਚ ਅਕਾਲੀ ਦਲ ਬਾਦਲ ਦਖਲਅੰਦਾਜ਼ੀ ਨਾ ਕਰੇ ਤੇ ਕਮੇਟੀ ਇੱਕ ਰਹੇ। ਤਾਂ ਜਦੋਂ ਤੁਸੀਂ ਉਹਨਾਂ ਦੀ ਇਹ ਪ੍ਰਪੋਜ਼ਲ ਵੀ ਨਾ ਮੰਨੀ, ਉਹ ਆਪਣੀ ਕਮੇਟੀ ਬਣਾਉਣ ਵਾਲੇ ਪਾਸੇ ਨੂੰ ਤੁਰ ਪਏ। ਹੁਣ ਬਣਾਈ ਕਮੇਟੀ ਤਾਂ ਉਹਨੇ ਆਪਣਾ ਕਾਂਗਰਸ ਪਾਰਟੀ ਨੇ, ਹੁੱਡਾ ਸਰਕਾਰ ਨੇ। ਸੋ ਇਹ ਜਿਹੜੀਆਂ ਗੱਲ ਇਹ ਆ, ਆਪਾਂ ਤਾਂ ਮੰਨਾਂਗੇ ਕਿ ਜੇ ਡਿਮਾਂਡ ਬੀਜੇਪੀ ਦੀ ਹੁੰਦੀ ਜਾਂ ਡਿਮਾਂਡ ਕਾਂਗਰਸ ਦੀ ਹੁੰਦੀ, ਡਿਮਾਂਡ ਤਾਂ ਉੱਥੇ ਸਿੱਖ ਕਰ ਰਹੇ ਨੇ। ਤਾਂ ਇਹਦਾ ਮਤਲਬ ਇਹ ਨਹੀਂ ਕਿ ਵੀ ਸਿੱਖ ਉਹੀ ਹੈ ਜਿਹੜਾ ਅਕਾਲੀ ਦਲ 'ਚ ਆ, ਵੀ ਇਹਦਾ ਮਤਲਬ ਤਾਂ ਫਿਰ ਇਹ ਹੋਊਗਾ ਵੀ ਜੇ ਅਕਾਲੀ ਦਲ ਤੋਂ ਬਾਹਰ ਹੋ ਕੇ ਕਿਸੇ ਹੋਰ ਪਾਰਟੀ 'ਚ ਜਾਂ ਆਜ਼ਾਦ ਤੌਰ ਤੇ ਕੋਈ ਸਿੱਖ ਗੱਲ ਕਰਦਾ ਤਾਂ ਤੁਸੀਂ ਉਹਨੂੰ ਆਹ ਸਰਟੀਫਿਕੇਟ ਦੇਈ ਜਾਓ, ਇਹ ਹੈ ਜਾਂ ਉਹ ਹੈ, ਐਦਾਂ ਨਹੀਂ। ਤੇ ਉਹਨਾਂ ਸਿੱਖਾਂ ਦੀ ਆਵਾਜ਼ ਸੀ। ਤੇ ਇਸ ਕਰਕੇ ਰਹੀ ਗੱਲ ਜਿਹੜੀ ਦਿੱਲੀ ਕਮੇਟੀ ਵਾਲੀ ਤੁਸੀਂ ਕੀਤੀ ਹੈ,
ਤਾਂ ਮੈਨੂੰ ਤਾਂ ਸਮਝ ਨਹੀਂ ਕਿ ਜੇ ਤੁਸੀਂ ਇੰਨੀ ਪਾਵਰ ਉਹਨੂੰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਤੀ ਹੋਈ ਸੀ, ਤੁਹਾਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਉਹ ਸਾਡੇ ਨਾਲ ਆਹ ਕੁਛ ਕਰ ਗਿਆ, ਤਾਂ ਮੈਨੂੰ ਲੱਗਦਾ ਹੈ ਕਿ ਇਹ ਤੁਹਾਡੀ ਨਲਾਇਕੀ ਹੈ। ਤੇ ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਅਕਾਲੀ ਦਲ ਦੀ ਆਪਣਾ ਜਿਹੜੀ ਬਾਗਡੋਰ ਛੱਡ ਕੇ ਪਰੇ ਹੋ ਜਾਓ। ਇਹਦਾ ਜ਼ਿੰਮੇਵਾਰ ਕੌਣ? ਜੇ ਤੁਸੀਂ ਕਹਿੰਦੇ ਹੋ, ਸਾਨੂੰ ਤਾਂ ਹਜੇ ਤੱਕ ਕੋਈ ਗੱਲ ਇਸ ਤਰ੍ਹਾਂ ਦੀ ਲੱਗੀ ਨਹੀਂ ਵੀ ਕਬਜ਼ਾ ਹੋ ਗਿਆ ਉੱਥੇ ਉੱਥੇ ਕਥਾ ਕੀਰਤਨ ਹੋ ਰਿਹਾ, ਆਪਣੀ ਕਮੇਟੀ ਆਪਣਾ ਕੰਮ ਕਰ ਰਹੀ ਹੈ। ਜਿੱਦਣ ਲੱਗ ਜੂਗਾ ਵੀ ਬੀਜੇਪੀ ਉੱਥੇ ਆ ਕੇ ਆਹ ਕੁਛ ਕਰਨ ਲੱਗ ਗਈ, ਸਟੇਜਾਂ ਤੇ ਬੋਲਣ ਲੱਗ ਗਈ, ਤੇ ਸਿੱਖ ਆਪਣੇ ਆਪ ਉਹਦੇ ਤੇ ਵੀ ਤਿੱਖੇ ਹੋ ਜਾਣਗੇ। ਪਰ ਇਹ ਗੱਲ ਨੂੰ ਵੀ ਮੈਂ ਛੱਡ ਦੇਵਾਂ। ਮੇਰਾ ਇਹ ਸਵਾਲ ਹੈ ਕਿ ਜੇ ਤੁਹਾਡੇ ਕਹਿਣ ਦੇ ਮੁਤਾਬਕ ਅਸੀਂ ਇਹ ਗੱਲ ਮੰਨ ਲਈਏ, ਫਿਰ ਤੁਸੀਂ ਇਹੋ ਜਿਹਾ ਬੰਦਾ ਕਿਉਂ ਪਾਲਿਆ? ਐਡੀ ਪਾਵਰ ਉਹਨੂੰ ਦਿੱਤੀ ਹੋਈ, ਸਾਰਾ ਕੁਝ ਦਿੱਤਾ ਹੋਇਆ, ਤੁਸੀਂ ਉਹਨੂੰ ਸਮਝ ਨਹੀਂ ਸਕੇ। ਇਹ ਸੰਕੇਤ ਹੈ ਕਿ ਫਿਰ ਇਹਦਾ ਮਤਲਬ ਤੁਸੀਂ ਅਕਾਲੀ ਦਲ ਦੀ ਪ੍ਰਧਾਨਗੀ ਕਰਨ ਦੇ ਕਾਬਿਲ ਨਹੀਂ ਰਹੇ, ਲੀਡਰਸ਼ਿਪ ਕਰਨ ਦੇ ਕਾਬਿਲ ਨਹੀਂ ਰਹੇ। ਤੁਹਾਡੀ ਆਪਣੀ ਨਲਾਇਕੀ ਕਰਕੇ ਜਿਹੜਾ ਮਤਲਬ ਤੁਹਾਡੇ ਨਾਲ ਤੁਹਾਡਾ ਹੀ ਬੰਦਾ ਪਾਲਿਆ ਹੋਇਆ ਤੁਹਾਡੇ ਨਾਲ ਆ ਕੁਝ ਕਰ ਗਿਆ। ਚਲੋ ਦਿੱਲੀ ਹਰਿਆਣਾ ਕਮੇਟੀ ਦੀ ਗੱਲ ਹੋਈ, ਤੇ ਹੁਣ ਸ਼੍ਰੋਮਣੀ ਕਮੇਟੀ ਫਿਰ ਅੰਮ੍ਰਿਤਸਰ ਦੇ ਹੁਣ ਮੌਜੂਦਾ ਸਥਿਤੀ ਕੀ ਹੈਗੀ? ਕਿਉਂਕਿ ਇੱਕ ਮੈਜੋਰਟੀ 42 ਜਿਹੜੀ ਹੈ, ਇੱਕ ਵੱਡਾ ਤੁਹਾਡਾ ਜਿਹੜਾ ਵੋਟ ਗਿਆ ਉੱਥੇ, ਤੁਸੀਂ ਮੈਂਬਰ ਵੀ ਹੈਗੇ ਹੋ ਐਗਜ਼ੈਕਟਿਵ ਕਮੇਟੀ ਦੇ, ਤਾਂ ਕੀ ਫਰਕ ਕੀ ਲੱਗਾ ਤੁਹਾਨੂੰ? ਨਹੀਂ, ਫਰਕ ਕੋਈ ਨਹੀਂ ਲੱਗਾ। ਫਰਕ ਇਹ ਹੈ ਵੀ ਅੱਗੇ ਮੈਂ ਇਕੱਲਾ ਸੀਗਾ ਤੇ ਇਸ ਵਾਰ ਅਸੀਂ 3 ਜਣੇ ਹਾਂ, ਔਰ ਤਿੰਨਾਂ ਦੇ ਵਿੱਚ ਵੀ ਇਹ ਸੱਚਾਈ ਹੈ ਕਿ ਮੈਂ ਇਸ ਵਾਰ ਐਗਜ਼ੈਕਟਿਵ ਦੇ ਵਿੱਚ ਨਹੀਂ ਸੀ ਜਾਣਾ ਚਾਹੁੰਦਾ। ਮੈਂ ਆਪਣੇ ਵੱਲੋਂ, ਆਪਣੇ ਸਾਥੀਆਂ ਵੱਲੋਂ ਸਰਦਾਰ ਜਸਵੰਤ ਸਿੰਘ ਪੜੈਣ ਦਾ ਤਿਆਰੀ ਕੀਤੀ ਸੀ, ਪਰ ਪੜੈਣ ਸਾਹਿਬ ਨੇ ਇਨ ਦਾ ਮੇਨ ਟਾਈਮ ਜਾ ਕੇ ਉੱਥੇ ਪ੍ਰਧਾਨ ਸਾਹਿਬ ਨੂੰ ਕਹਿ ਕੇ ਮੇਰਾ ਨਾਂ ਲਿਖਾ ਦਿੱਤਾ, ਤੇ ਉਹ ਨਾਂ ਅਨਾਉਂਸ ਹੋ ਚੁੱਕਿਆ ਸੀ। ਤੇ ਉਹ ਫਿਰ ਉੱਥੇ ਮਤਲਬ ਹੋਰ ਤਰ੍ਹਾਂ ਦਾ ਲੱਗਦਾ ਸੀ, ਪਰ ਮੇਰੇ ਮਨ ਨੂੰ ਇਹ ਥੋੜਾ ਜਿਹਾ ਇੱਕ ਤਰ੍ਹਾਂ ਦਾ ਲੱਗਿਆ। ਤੇ ਉਹਨਾਂ ਨੇ ਆਪਣੀ ਸਥਿਤੀ ਦੱਸੀ, ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਰਹੋ। ਤੋ ਸਾਡੇ ਵਿੱਚ ਜਿੰਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਨਿਕਲੇ ਸੀ, ਸਰਦਾਰ ਜਸਵੰਤ ਸਿੰਘ ਪੜੈਣ ਹੋਣ ਜਾਂ ਸਰਦਾਰ ਸਰਬੰਸ ਸਿੰਘ ਮਾਨਕੀ ਹੋਣ, ਸਰਦਾਰ ਅਮਰੀਕ ਸਿੰਘ ਸ਼ਾਹਪੁਰ ਹੋਣ, ਮਤਲਬ ਸਾਡਾ ਇਸ ਤਰ੍ਹਾਂ ਦਾ ਤਾਲਮੇਲ ਆ। ਸਾਡੇ 'ਚ ਕੋਈ ਇੱਦਾਂ ਖਿੱਚੋਤਾਣ ਨਹੀਂ ਹੈ ਵੀ ਆਹ ਜਾਊਗਾ ਜੀ ਆਹ ਜਾਊਗਾ। ਜੋ ਅਸੀਂ ਇਹਨਾਂ ਦੇ ਸਾਹਮਣੇ ਬਾਦਲ ਦਲ ਦਾ ਦੇਖ ਰਹੇ ਹਾਂ, ਮਤਲਬ ਇਹਨਾਂ ਦੀਆਂ ਕਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ। ਅੱਛਾ, ਫਿਰ ਜਿਹੜੇ ਜਨਰਲ ਇਲੈਕਸ਼ਨ ਕਿਉਂ ਨਹੀਂ ਹੋ ਰਹੀ? ਨਾ 2011 ਤੋਂ ਬਾਅਦ ਹੋਈ ਨਹੀਂ? ਮੈਂ ਤੁਸੀਂ ਜਿਹੜਾ ਬੀਜੇਪੀ ਦਾ ਸਵਾਲ ਕਰ ਰਹੇ ਹੋ, ਅਕਾਲੀ ਦਲ ਬਾਦਲ ਕਹਿ ਰਿਹਾ ਹੈ ਬੀਜੇਪੀ ਦਖਲਅੰਦਾਜ਼ੀ ਕਰ ਰਹੀ ਹੈ। ਮੈਂ ਤੁਹਾਨੂੰ ਔਨ ਕੈਮਰਾ ਇਹ ਗੱਲ ਕਹਿਣਾ ਕਿ ਅਕਾਲੀ ਦਲ ਜਿਹੜੀ ਬੀਜੇਪੀ ਦੀ ਦਖਲਅੰਦਾਜ਼ੀ ਹੈ ਉਹਨੂੰ ਡਿਕਲੇਅਰ ਕਰੇ। ਮੈਂ ਉਸ ਪ੍ਰੈਸ ਕਾਨਫਰੰਸ 'ਚ ਇਹਨਾਂ ਦੇ ਨਾਲ ਬਹਿ ਜਾਊਂਗਾ। ਅਕਾਲੀ ਦਲ ਕਹੇ ਕਿ ਬੀਜੇਪੀ ਦਖਲਅੰਦਾਜ਼ੀ ਕਰ ਰਹੀ ਹੈ ਕਿ ਸਾਡੀ ਜਨਰਲ ਇਲੈਕਸ਼ਨ ਨਹੀਂ ਹੋਣ ਦੇ ਰਹੀ ਸ਼੍ਰੋਮਣੀ ਕਮੇਟੀ ਦੀ, ਅਕਾਲੀ ਦਲ ਇਹ ਡਿਮਾਂਡ ਕਰੇ, ਮੈਂ ਮੰਨੂਗਾ ਵੀ ਹਾਂ ਆਹ ਅਕਾਲੀ ਦਲ ਦੀ ਗੱਲ ਬਿਲਕੁਲ ਵਾਜਬ ਹੈ, ਇਹ ਵਾਕਈ ਬੀਜੇਪੀ ਦੀ ਜਿਹੜੀ ਹੈ ਇਹਦੇ ਵਿੱਚ ਦਖਲਅੰਦਾਜ਼ੀ ਆ, ਕਿਉਂਕਿ ਉਹ ਸਾਡੀ ਜਨਰਲ ਇਲੈਕਸ਼ਨ ਹੋਣ ਨਹੀਂ ਦਿੰਦੀ। ਅਕਾਲੀ ਦਲ ਕਦੇ ਨਹੀਂ ਮੰਗ ਕਰਦਾ। ਕਦੇ ਤੁਸੀਂ ਦੱਸ ਦਿਓ, ਤੁਸੀਂ ਮੀਡੀਆ 'ਚ ਲਾਉਂਦੇ, ਕਦੇ ਅਕਾਲੀ ਦਲ ਦਾ ਬਿਆਨ ਸੁਣਿਆ ਵੀ ਜਨਰਲ ਇਲੈਕਸ਼ਨ ਹੋ ਜਾਵੇ? ਬਲਕਿ ਇਲੈਕਸ਼ਨ ਟਾਲਣ ਦੇ ਯਤਨ ਕਰਦੇ ਨੇ। ਇਹਦਾ ਮਤਲਬ ਕਾਰਨ ਕੀ ਟਾਲਣ? ਇਹ ਤਾਂ ਮੈਂ ਪੁੱਛਦਾ, ਆਹ ਕਿਉਂ ਨਹੀਂ ਕਹਿੰਦੇ ਬੀਜੇਪੀ ਦੀ ਦਖਲਅੰਦਾਜ਼ੀ ਹੈ? ਕਿਉਂਕਿ ਸਾਨੂੰ ਪਤਾ ਵੀ ਜਿਹੜੀ ਇਲੈਕਸ਼ਨ ਕਰਾਉਣੀ ਹੈ ਬੀਜੇਪੀ ਸਰਕਾਰ ਨੇ ਕਰਾਉਣੀ ਹੈ, ਇਹ ਹੋਮ ਮਿਨਿਸਟਰੀ ਨੇ ਕਰਾਉਣੀ ਹੈ। ਅੱਜ ਹਰੇਕ ਸਿੱਖ ਬੀਜੇਪੀ ਵਾਲੇ ਇਸ ਗੱਲ ਕਰਕੇ ਦੇਖ ਰਿਹਾ ਵੀ ਤੁਸੀਂ ਕਿਉਂ ਨਹੀਂ ਇਲੈਕਸ਼ਨ ਕਰਾਉਂਦੇ। ਪੂਰਾ ਪੰਥ, ਪੂਰੇ ਸਿੱਖ, ਪੂਰੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਇਲੈਕਸ਼ਨ ਹੋਣੀ ਚਾਹੀਦੀ ਆ। ਅਕਾਲੀ ਦਲ ਚੁੱਪ ਕਰਿਆ ਬੈਠਾ। ਇਹ ਦਖਲਅੰਦਾਜ਼ੀ ਨੂੰ ਕਿਉਂ ਨਹੀਂ ਅਕਾਲੀ ਦਲ ਕਹਿੰਦਾ? ਕਿਉਂਕਿ ਅਕਾਲੀ ਦਲ ਨੂੰ ਇਹ ਦਖਲਅੰਦਾਜ਼ੀ ਫਿੱਟ ਨਹੀਂ ਹੈਗੀ। ਇਹ ਦਖਲਅੰਦਾਜ਼ੀ ਉਹਨਾਂ ਨੂੰ ਰਾਸ ਆ, ਕਿਉਂਕਿ ਜੇ ਇਲੈਕਸ਼ਨ ਹੋ ਗਈ ਉਹਨਾਂ ਨੂੰ ਲੱਗਦਾ ਸਾਡਾ ਕਬਜ਼ਾ ਟੁੱਟ ਜਾਣਾ। ਤੇ ਇਹਦਾ ਮਤਲਬ ਤੁਹਾਡੇ ਮੁਤਾਬਕ ਜਿਹੜੀ ਚੀਜ਼ ਤੁਹਾਨੂੰ ਫਿੱਟ ਆਵੇ ਉਹ ਸਹੀ ਆ, ਤੇ ਜਿਹੜੀ ਸਿੱਖਾਂ ਨੂੰ ਫਿੱਟ ਨਾ ਆਵੇ ਉਹ ਤੁਸੀਂ ਕਹਿੰਦੇ ਹੋ ਇਹ ਗਲਤ ਹੈ। ਇਸ ਕਰਕੇ ਇਹ ਦੂਰੇ ਮਾਪਦੰਡਾਂ ਨਾਲ ਕਿਸੇ ਤੇ ਇਲਜ਼ਾਮ ਨਹੀਂ ਲਾਏ ਜਾਣੇ। ਅੱਛਾ, ਤੁਸੀਂ ਜਦੋਂ ਅੰਤਰੀ ਕਮੇਟੀ ਬਣਦੀ ਹੈ ਉਸ ਤੋਂ ਅਗਲੇ ਦਿਨ ਆਪਣੀ ਹੀ ਕਮੇਟੀ ਦੇ ਉੱਪਰ ਸਵਾਲ ਖੜੇ ਕਰਦੇ ਹੋ ਕੋਈ ਮੀਡੀਆ ਦੀ ਕਵਰੇਜ ਨੂੰ ਲੈ ਕੇ, ਮੁੱਦਾ ਸੁਣਿਆ ਗਿਆ ਤੁਹਾਡਾ? ਨਹੀਂ, ਦੇਖੋ ਮੇਰਾ ਇਹ ਫਰਜ਼ ਸੀਗਾ। ਜਦੋਂ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਆ, ਮੈਨੂੰ ਇਹ ਪਤਾ ਲੱਗਿਆ ਕਿ ਪਹਿਲੀ ਵਾਰ ਹੋਇਆ ਕਿ ਮੀਡੀਆ ਨੂੰ ਉੱਥੇ ਜਾਣ ਤੋਂ ਰੋਕ ਲਾ ਦਿੱਤੀ ਗਈ। ਡਰ ਕਿਸ ਗੱਲ ਦਾ? ਉੱਥੇ ਚੋਰੀ ਕਰਨੀ ਸੀ। ਸਾਰੇ ਚੁਣੇ ਹੋਏ ਬੰਦੇ ਨੇ, ਸਾਰੇ ਇੱਜ਼ਤਦਾਰ ਬੰਦੇ ਨੇ, ਸਾਰਿਆਂ ਦਾ ਸਮਾਜ ਦੇ ਵਿੱਚ ਇੱਕ ਰੁਤਬਾ ਆਪਣਾ ਆਪਣਾ, ਕਿਸੇ ਦਾ ਛੋਟਾ ਹੋ ਸਕਦਾ, ਕਿਸੇ ਦਾ ਵੱਡਾ ਹੋ ਸਕਦਾ। ਉੱਥੇ ਕਹਾਂ ਕਿਸੇ ਨੇ ਕੋਈ ਹੱਥਾਪਾਈ ਕਰਨੀ ਸੀ ਜਾਂ ਉੱਥੇ ਕੋਈ ਝਗੜਾ ਹੋਣਾ ਸੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਤੇ ਜ਼ਿੰਮੇਵਾਰ ਲੋਕ ਸਾਰੇ ਹੈਗੇ। ਚੰਗੀ ਗੱਲ ਆ, ਤੁਸੀਂ ਦੇਖਣੋ ਸੰਸਾਰ ਭਰ ਦੇ ਸਿੱਖ ਦੇਖਣ ਕਿ ਸਾਡੀ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚ ਕੀ ਹੋ ਰਿਹਾ। ਚਲੋ ਅਸੀਂ ਤਾਂ ਨਹੀਂ ਦੇਖ ਸਕੇ, ਫਿਰ ਅੰਦਰ ਦਾ ਮਾਹੌਲ ਕਿਵੇਂ ਦਾ ਸੀ ਜਦੋਂ ਚੋਣਾਂ? ਨਹੀਂ, ਅੰਦਰ ਦਾ ਮਾਹੌਲ ਬਿਲਕੁਲ ਠੀਕ ਸੀਗਾ, ਗਰਮ ਤਾਂ ਨਹੀਂ ਹੋਇਆ ਸੀ? ਨਹੀਂ, ਗਰਮ ਕਿਹੜੀ ਗੱਲੋਂ ਹੋਣਾ ਜੀ? ਇਹ ਕਿਹੜਾ ਕੋਈ ਕਿਸੇ ਗੈਰ ਦੇ ਜਾਂ ਦੂਜੇ ਲੋਕਾਂ ਨਾਲ ਸੀਗਾ। ਇਹ ਤਾਂ ਆਪਣਾ, ਦੇਖੋ ਇਹ ਇੱਕ ਸੇਵਾ ਦਾ ਮਸਲਾ। ਮੈਨੂੰ ਨਹੀਂ ਲੱਗਦਾ ਕਿ ਠੀਕ ਆ, ਜਿੱਤਣ ਵਾਲੇ ਜਿੱਤ ਗਏ, ਹਾਰਨ ਵਾਲੇ ਹਾਰ ਗਏ, ਅਹੁਦਿਆਂ ਵਾਲੇ ਨੂੰ ਅਹੁਦੇ ਮਿਲ ਗਏ। ਹੁਣ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਹੁਣ ਇਸੇ ਦੇ ਵਿੱਚ ਨਾ ਫਸੇ ਰਹੀਏ ਕਿਹਨੂੰ ਕਿੰਨੀਆਂ ਵੋਟਾਂ ਮਿਲ ਗਈਆਂ।
ਇਹ ਵੋਟਾਂ ਦਾ ਮਸਲਾ ਨਹੀਂ, ਇਹ ਸੇਵਾ ਦਾ ਮਸਲਾ। ਇਹ ਠੀਕ ਹੈ, ਇੱਕ ਸਾਡੀ ਬਦਕਿਸਮਤੀ ਆ ਕਿ ਸਾਡੀ ਜਿਹੜੀ ਵਿਚਾਰਧਾਰਾ ਸੀ ਦਸਮ ਪਾਤਸ਼ਾਹ ਦੀ, ਉਹ ਸੀ ਸਿਲੈਕਸ਼ਨ, ਤੇ ਸਾਨੂੰ ਅੰਗਰੇਜ਼ਾਂ ਨੇ ਫਸਾ ਦਿੱਤਾ ਵਿੱਚ ਇਲੈਕਸ਼ਨ। ਹੁਣ ਇਹ ਸਾਡੀ ਮਜਬੂਰੀ ਹੈ, ਸਾਡੇ ਸਿਰ ਤੇ ਮੜਿਆ ਹੋਇਆ ਐਕਟ ਹੈ, ਇਹ ਤੋਂ ਬਿਨਾ ਸਾਡਾ ਕੰਮ ਸਰਦਾ ਨਹੀਂ। ਇਹ ਬਦਕਿਸਮਤੀ ਹੈ, ਤਾਂ ਅਸੀਂ ਇਹ ਬਦਕਿਸਮਤੀ ਨੂੰ ਹੰਢਾ ਕੇ, ਠੀਕ ਹੈ, ਉਹ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਘੱਟ ਪਈਆਂ ਵੱਧ ਪਈਆਂ, ਮੈਨੂੰ ਤਾਂ ਲੱਗਦਾ ਕਿ ਸਿੱਖਾਂ ਨੂੰ ਬਾਅਦ 'ਚ ਦੀ ਚਰਚਾ ਵੀ ਨਹੀਂ ਕਰਨੀ ਚਾਹੀਦੀ ਕਿਉਂ ਕਿੰਨੀਆਂ ਪਈਆਂ। ਇੱਥੇ ਕਿਸੇ ਨੂੰ ਇੱਕ ਨੀਵਾਂ ਦਿਖਾਉਣ ਵਾਲੀ ਗੱਲ ਥੋੜੀ ਹੈ। ਹੁਣ 104 ਵੋਟਾਂ ਲੈ ਕੇ ਧਾਮੀ ਸਾਹਿਬ ਬਹੁਤ ਵੱਡੇ ਥੋੜੀ ਬਣ ਗਏ, ਜਾਂ ਜਿਨ੍ਹਾਂ ਨੂੰ 42 ਬੀਬੀ ਜੀ ਨੂੰ ਪਈ ਉਹ ਬਹੁਤ ਛੋਟੇ ਤਾਂ ਨਹੀਂ ਹੋ ਗਏ। ਛੋਟਾ ਵੱਡਾ ਤਾਂ ਆਪਣੇ ਕਿਰਦਾਰ ਨਾਲ ਹੋਣਾ ਹੈ, ਠੀਕ ਹੈ ਨਾ। ਹੁਣ ਉਹਨਾਂ ਨੂੰ ਮਤਲਬ ਮਿਲ ਗਈਆਂ 11 ਆ ਗਏ, ਉਹ 12 'ਚ ਆ ਗਏ, ਸਾਨੂੰ 3 ਮਿਲੀਆਂ ਨੇ। ਤਾਂ ਇਹਦੇ ਨਾਲ ਗੱਲ ਤਾਂ ਹੈ ਵੀ ਜਿੰਨੇ ਵੀ ਚਲੇ ਗਏ 15 ਮੈਂਬਰ ਬੈਠ ਗਏ, ਉਹ ਗੱਲ ਤਾਂ ਹੁਣ ਕੌਮ ਦੀ ਕਰਨੀ ਹੈ ਨੇ। ਇੱਥੇ ਕਿਹੜਾ ਕੋਈ ਹੁਣ ਇਹ ਆ ਵੀ ਉੱਥੇ ਆਪਣੇ ਧੜੇ ਪਾਲਣੇ ਨੇ। ਹੁਣ ਜੇ ਮੰਨ ਲਓ, ਹੁਣ ਗੱਲ ਇਹ ਆ, ਅਸੀਂ ਦੋਖੀ ਉਦੋਂ ਬਣ ਜਾਵਾਂਗੇ ਜੇ ਹੁਣ ਧਾਮੀ ਸਾਹਿਬ ਤਾਂ ਕਹਿਣ ਵੀ ਮੈਂ ਤਾਂ ਅਕਾਲੀ ਦਲ ਦਾ ਸੇਵਾ ਕਰਨੀ ਹੈ ਪ੍ਰਧਾਨ ਬਣ ਕੇ, ਠੀਕ ਹੈ ਨਾ ਗੱਲ, ਤੇ ਅਸੀਂ ਕਹੀਏ ਵੀ ਅਸੀਂ ਆਪਣੇ ਧੜੇ ਪਾਲਣੇ ਨੇ। ਢੀਂਡਸਾ ਸਾਹਿਬ ਵਾਲੇ ਕਹਿਣ ਵੀ ਅਸੀਂ ਆਪਣੀ ਪਾਰਟੀ ਦੀ ਗੱਲ ਕਰਨੀ ਹੈ, ਹਰਿਆਣੇ ਵਾਲੇ ਕਹਿਣ ਅਸੀਂ ਆਪਣੀ ਗੱਲ ਕਰਨੀ ਹੈ, ਤੇ ਮੈਂ ਕਹਾਂ ਵੀ ਮੈਂ ਆਪਣੀ ਗੱਲ ਕਰਨੀ ਹੈ ਪੰਥਕ ਲਹਿਰ ਦੀ। ਫਿਰ ਇਹ ਹੋਊਗਾ ਪਾਪ, ਇਹ ਹੋਊਗਾ ਗੁਨਾਹ। ਅਸੀਂ ਗੱਲ ਕਰੀਏ ਪੰਥ ਦੇ ਮੁੱਦਿਆਂ ਦੀ, ਅਸੀਂ ਗੱਲ ਕਰੀਏ ਗੁਰਮਤਿ ਦੀ ਵਿਚਾਰਧਾਰਾ ਦੀ, ਅਸੀਂ ਗੱਲ ਕਰੀਏ ਕਿ ਕੌਮ ਦੀ ਚੜ੍ਹਦੀ ਕਲਾ ਕਿਵੇਂ ਹੋ ਸਕਦੀ ਹੈ। ਮੈਂ ਤੁਹਾਨੂੰ ਮੋਟੀ ਲਿਸਟ ਦੇ ਸਕਦਾ ਕਿ ਪਿਛਲੀ ਅੰਤਰਿਮ ਕਮੇਟੀ ਵਿੱਚ ਮੈਂ ਇਕੱਲਾ ਸੀਗਾ, ਪਰ ਉਹਦੇ ਬਾਵਜੂਦ ਵੀ ਗੁਰੂ ਸਾਹਿਬ ਦੀ ਇਹ ਕਿਰਪਾ ਰਹੀ। ਜਿੰਨੇ ਕੁ ਮਸਲੇ ਹੁਣ ਮੈਨੂੰ ਯਾਦ ਨੇ ਮੈਂ ਤੁਹਾਨੂੰ ਗਿਣਾ ਦਿੰਦਾ। ਹਰਿਮੰਦਰ ਸਾਹਿਬ ਦੀ ਬਿਲਡਿੰਗ ਦੇ ਉੱਪਰ ਬੇਅਦਬੀ ਤੋਂ ਬਾਅਦ ਇੱਕ ਸ਼ੀਸ਼ੇ ਲਾਏ ਸੀ, ਜਿਨ੍ਹਾਂ ਦਾ ਮੈਂ ਵਿਰੋਧ ਕੀਤਾ। ਬਲਕਿ ਇੱਕ ਵਿਰੋਧ ਇਹ ਨਹੀਂ, ਮੈਂ ਇੱਕ ਹਿਸਟਰੀ ਦੇ ਉਹਨਾਂ ਨੂੰ ਅੰਕੜੇ ਦੇ ਕੇ ਕੀਤਾ ਕਿ ਇਹ ਬਿਲਡਿੰਗ ਦੀ ਨਕਸ਼ਾ ਨਵੀਸ਼ੀ ਗੁਰੂ ਸਾਹਿਬ ਨੇ ਆਪ ਤਿਆਰ ਕੀਤੀ ਹੈ। ਬਿਲਡਿੰਗ ਹੋ ਸਕਦਾ ਕਈ ਵਾਰੀ ਬਣ ਲਈ ਹੋਊਗੀ, ਪਰ ਸਿੱਖਾਂ ਨੇ ਕਦੇ ਵੀ ਉਸ ਬਿਲਡਿੰਗ ਨਾਲ ਛੇੜਛਾੜ ਨਹੀਂ ਕੀਤੀ, ਉਹ ਨਕਸ਼ੇ ਨਾਲ। ਅੱਜ ਆਪਾਂ ਸ਼ੀਸ਼ੇ ਲਾ ਦਈਏ ਤਾਂ ਹਵਾ ਦਾ ਪ੍ਰਭਾਵ, ਹਵਾ ਰੁਕੂਗੀ, ਬਿਲਡਿੰਗ ਨੂੰ ਸਿੱਲ ਆ ਸਕਦੀ ਹੈ। ਖੁਦਾ ਨਾ ਖਾਸਤਾ ਹਰਿਮੰਦਰ ਸਾਹਿਬ ਦੀ ਬਿਲਡਿੰਗ ਨੂੰ ਇਹਨਾਂ ਸ਼ੀਸ਼ਿਆਂ ਦੀ ਵਜ੍ਹਾ ਨਾਲ ਕੋਈ ਨੁਕਸਾਨ ਪਹੁੰਚ ਗਿਆ ਤਾਂ ਮੈਨੂੰ ਇਹ ਲੱਗਦਾ ਕਿ ਆਪਾਂ 15 ਦੇ 15 ਗੁਰੂ ਰਾਮਦਾਸ ਦੇ ਘਰ ਦੇ ਦੋਖੀ ਬਣਾਂਗੇ, ਪਾਪੀ ਬਣਾਂਗੇ। ਦੂਜੇ ਦਿਨ ਲੈ ਗਏ। ਫਿਰ ਮਸਲਾ ਸਾਡੀਆਂ ਹਿਸਟੋਰੀਕਲ ਬਿਲਡਿੰਗਾਂ ਨੇ ਜਿਨ੍ਹਾਂ ਦੇ ਨਾਲ ਨਾਂ ਜੁੜੇ ਹੋਏ ਨੇ, ਉਹਨਾਂ ਨਾਵਾਂ ਤੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਹੋ ਸਕਦਾ ਕਿਸੇ ਨੇ ਗਲਤ ਕੋਈ ਉਹਨਾਂ ਦੀ ਭਾਵਨਾ ਹੋਵੇ, ਉਹਨਾਂ ਨੂੰ ਮਟੇਣ ਦਾ ਯਤਨ ਕੀਤਾ। ਮੈਂ ਉਹ ਮੁੱਦਾ ਲਿਆਂਦਾ, ਘੰਟਿਆਂ ਦੇ ਵਿੱਚ ਧਾਮੀ ਸਾਹਿਬ ਨੇ ਉਹ ਠੀਕ ਕਰਾਇਆ, ਮੈਂ ਉਹਨਾਂ ਦਾ ਧੰਨਵਾਦ ਕੀਤਾ। ਉਸ ਤੋਂ ਬਾਅਦ ਮੈਨੂੰ ਇੱਕ ਪਾਠੀ ਸਿੰਘਾਂ ਦੀ ਸਬ ਕਮੇਟੀ ਦੇ ਵਿੱਚ ਪਾ ਦਿੱਤਾ ਗਿਆ। ਉਹਦੇ ਵਿੱਚ ਅਸੀਂ ਯਤਨ ਕੀਤਾ ਕਿ ਪਾਠੀ ਸਿੰਘ ਕਹਿੰਦੇ ਸੀ ਸਾਡੀ ਭੇਟਾ ਵਧਾਓ, ਇਹ ਕਹਿੰਦੇ ਸੀ ਅਸੀਂ ਅਖੰਡ ਪਾਠਾਂ ਦੀ ਭੇਟਾ ਵਧਾਵਾਂਗੇ। ਮੈਂ ਕਿਹਾ ਵੀ ਦੇਖੋ, ਅਖੰਡ ਪਾਠ ਸਾਹਿਬ ਦੀ ਭੇਟਾ ਨਹੀਂ ਅਸੀਂ ਵਧਣ ਦੇਣੀ 9500। ਇਹਦਾ ਮਤਲਬ ਫਿਰ ਕੱਲ੍ਹ ਨੂੰ ਕੋਈ ਗਰੀਬ ਸਿੱਖ ਦਾ ਸੁਪਨਾ ਵੀ ਨਹੀਂ ਲੈ ਸਕੂਗਾ ਪਾਠ ਕਰਾਉਣ ਦਾ। ਇਹਦੇ ਵਿੱਚ ਪਾਠੀ ਸਿੰਘਾਂ ਦਾ, ਚਲੋ ਮੇਰੇ ਨਾਲ ਮੀਟਿੰਗ ਵੀ ਹੋਈ ਉਹਨਾਂ ਦੀ, ਅਸੀਂ ਇਹ ਕੱਢਿਆ ਕਿ ਕੁਛ ਉਹਨਾਂ ਦੀ ਡਿਮਾਂਡ ਪੂਰੀ ਕਰਕੇ ਕਿ ਜੇ ਪਾਠੀ ਸਿੰਘ ਦੇ ਉੱਤੇ ਕੋਈ ਅਣਜਾਣੇ ਬਿਪਤਾ ਆ ਜਾਂਦੀ ਆ, ਕੋਈ ਐਕਸੀਡੈਂਟ ਜਾਂ ਉਹਨੂੰ ਸੀਰੀਅਸ ਡਿਜ਼ੀਜ਼ ਹੋ ਜਾਂਦੀ ਆ, ਜਾਨ ਦਾ ਜਿਹਨੂੰ ਖਤਰਾ ਹੋਵੇ, ਤਾਂ ਪਾਠੀ ਸਿੰਘ ਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਹਸਪਤਾਲ ਦੇ ਵਿੱਚ ਫ੍ਰੀ ਇਲਾਜ ਹੋਣਾ ਚਾਹੀਦਾ। ਇਹ ਅਸੀਂ ਪਾਸ ਕੀਤਾ ਤੇ ਉਹ ਐਗਜ਼ੈਕਟਿਵ ਨੇ ਵੀ ਪਾਸ ਕੀਤਾ, ਠੀਕ ਹੈ ਜੀ। ਫਿਰ ਇੱਕ ਚੈਨਲ ਦਾ ਮੁੱਦਾ ਸੀ, ਉਹਦਾ ਮੈਂ ਬਾਰ-ਬਾਰ ਚੱਕਦਾ ਰਿਹਾ। ਉਹਦੇ ਚਲੋ ਇਹ ਬਹਾਨੇ, ਹੁਣ ਤਾਂ ਉਹ ਤਾਂ ਇੱਕ ਤਰ੍ਹਾਂ ਦਾ ਪੰਥਕ ਮੁੱਦਾ ਹੀ ਬਣ ਗਿਆ, ਉਹ ਤਾਂ ਹੁਣ ਵੀ ਦੁਬਾਰੇ ਉਹ ਗੱਲ ਜਿਹੜੀ ਹੈ ਚੱਕੀ ਜਾਊਗੀ। ਤੇ ਇਸ ਤਰ੍ਹਾਂ ਜਿੰਨਾ ਵੀ ਹੋ ਸਕਿਆ ਮਤਲਬ ਆਪਣੇ ਵੱਲੋਂ ਯਤਨ ਕੀਤਾ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਠੀਕ ਕਰਵਾਈਆਂ। ਹਾਂ, ਇਹ ਬਿਲਕੁਲ ਠੀਕ ਆ ਕਿ ਦੇਖੋ, ਮੈਂ ਮੇਰੀ ਲਾਈਨ ਜਿਹੜੀ ਆ ਉਹ ਗੁਰਮਤਿ ਪ੍ਰਚਾਰ ਪ੍ਰਸਾਰ ਵਾਲੀ ਆ। ਮੈਂ ਉੱਥੇ ਤਖਤੀਆਂ ਲੈ ਕੇ ਜਾਂ ਮੈਂ ਉੱਥੇ ਧਰਨੇ ਮਾਰਾਂ ਜਾਂ ਮੈਂ ਉੱਥੇ ਮੁਰਦਾਬਾਦ ਕਰਾਂ, ਉਹ ਮੈਨੂੰ ਲੱਗਦਾ ਕਿ ਮੈਨੂੰ ਗੁਰੂ ਰਾਮਦਾਸ ਦੇ ਘਰ ਦੇ ਆਪਣੇ ਆਪ ਦੇ ਲਈ, ਮੈਨੂੰ ਲੱਗਦਾ ਮੇਰੇ ਲਈ ਵੀ ਇਹ ਸ਼ੋਭਾ ਵਾਲੀ ਗੱਲ ਨਹੀਂ। ਐਜ ਏ ਗੁਰਸਿੱਖ ਵੀ ਉਹ ਠੀਕ ਨਹੀਂ ਗੱਲ ਲੱਗਦੀ, ਕਿਉਂਕਿ ਸੰਸਥਾ ਵਿੱਚ ਬੰਦਿਆਂ 'ਚ ਕੋਈ ਖਾਮੀ ਹੋ ਸਕਦੀ ਆ, ਪਰ ਸਾਨੂੰ ਤੌਰ ਤਰੀਕਾ ਉਹ ਨਹੀਂ ਰੱਖਣਾ ਚਾਹੀਦਾ ਜਿਹਦੇ ਨਾਲ ਸੰਸਥਾ ਨੂੰ ਢਾਹ ਲੱਗੇ। ਅੱਛਾ, ਮੇਰਾ ਤੁਹਾਨੂੰ ਆਖਰੀ ਸਵਾਲ ਹੈ ਕਿਉਂਕਿ ਸਮਾਂ ਵੀ ਜ਼ਿਆਦਾ ਹੋ ਚੁੱਕਿਆ। ਇਸ ਵਾਰ ਦੇ ਤੁਹਾਡੇ ਫਿਰ ਏਜੰਡੇ ਕੀ ਰਹਿਣ ਵਾਲੇ ਹੈ? ਏਜੰਡੇ ਹੀ ਏਜੰਡੇ ਨੇ ਜੀ, ਕਿਉਂਕਿ ਜਦੋਂ ਤੁਸੀਂ ਤੁਰਦੇ ਹੋ, ਸ਼੍ਰੋਮਣੀ ਕਮੇਟੀ ਬਹੁਤ ਵੱਡੀ ਵਾਹਦ ਸੰਸਥਾ, ਉਹਦੇ ਵਿੱਚ ਅਸੀਂ ਜਿਹੜੇ ਕੋਸ਼ਿਸ਼ ਕਰਾਂਗੇ ਕਿ ਗੁਰਮਤਿ ਦੇ ਨਾਲ ਜੁੜੇ ਹੋਏ ਮਸਲੇ ਨੇ, ਸਿਧਾਂਤਕ ਰੂਪ ਦੇ ਵਿੱਚ ਜੁੜੇ ਹੋਏ ਮਸਲੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜੀ
ਛਪਾਈ ਦੇ ਵਿੱਚ ਮਿਲਾਵਟ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ, ਉਹਨੂੰ ਚੱਕਾਂਗੇ ਜ਼ੋਰਦਾਰ ਤਰੀਕੇ ਨਾਲ ਤਾਂ ਕਿ ਉਹਦੇ ਵਿੱਚ ਸੁਧਾਈ ਕਰਾਈਏ। ਪਿਛਲੇ ਦਿਨੀ ਕਿੱਡਾ ਵੱਡਾ ਵਿਵਾਦ ਵੀ ਉਹ ਬਣ ਚੁੱਕਿਆ ਹੈ। ਤੋ ਇਸੇ ਤਰ੍ਹਾਂ ਜਿਹੜਾ ਮੀਡੀਆ ਦੀ ਆਜ਼ਾਦੀ, ਤਾਂ ਕਿ ਹਰਿਮੰਦਰ ਸਾਹਿਬ ਦਾ ਕੀਰਤਨ ਪੂਰੀ ਦੁਨੀਆ ਲਈ ਓਪਨ ਹੋਵੇ, ਸਾਰਾ ਮੀਡੀਆ ਉਹਨੂੰ ਯੂਜ਼ ਕਰ ਸਕੇ, ਉਹ ਕੋਸ਼ਿਸ਼ ਕਰਾਂਗੇ, ਉਹ ਵੀ ਕਰਾਵਾਂਗੇ। ਤੋ ਇਸੇ ਤਰ੍ਹਾਂ ਜਿਹੜਾ ਗੁਰੂ ਘਰਾਂ ਦੇ ਵਿੱਚ ਇਹਨਾਂ ਦੇ ਲੀਡਰ ਜਾਂ ਉਹਨਾਂ ਦੇ ਕਰਿੰਦੇ ਗੰਦ ਪਾਉਂਦੇ ਨੇ, ਉਹਨੂੰ ਵੀ ਬੰਦ ਕਰਾਉਣ ਦਾ ਯਤਨ ਕਰਾਂਗੇ, ਤਾਂ ਕਿ ਜਿਹੜਾ ਇਹੀ ਸਾਡੀ ਡਿਊਟੀ ਹੈ ਤੇ ਉਹ ਆਪਣੀ ਡਿਊਟੀ ਨਿਭਾਵਾਂਗੇ ਅਸੀਂ ਪੂਰੀ ਤਨਦੇਹੀ ਨਾਲ। ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ